ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਜਿਹੜਾ ਅਸੀਂ ਅਗਲਾ ਟੌਪਿਕ ਕਰਾਂਗੇ ਉਹ ਆ ਮੀਟਰ ਬ੍ਰਿਜ। ਜਾਂ ਇਹਨੂੰ ਕਹਿੰਦੇ ਆ ਸਲਾਈਡ ਵਾਇਰ ਬ੍ਰਿਜ। ਇਹ ਹੁੰਦਾ ਕੀ ਹੈ ਕਿ ਪ੍ਰੈਕਟੀਕਲ 'ਚ ਵੀ ਅਸੀਂ ਕਰਨਾ ਹੈ। ਇਹਦੇ ਵਿੱਚ ਕੀ ਹੈ ਕਿ ਸਟ੍ਰਿਪਸ ਲੱਗੀਆਂ ਹੁੰਦੀਆਂ ਦੋ, ਇੱਕ ਬੋਰਡ ਦੇ ਉੱਤੇ, ਵੱਡੇ ਸਾਰੇ ਬੋਰਡ ਦੇ ਉੱਤੇ ਤਾਂ ਮੈਟਲ ਦੀਆਂ ਸਟ੍ਰਿਪਸ ਜਿਹੜੀਆਂ ਵਾ ਤਿੰਨ ਲੱਗੀਆਂ ਹੁੰਦੀਆਂ, ਦੋ ਐਲ ਸ਼ੇਪ ਹੈ, ਠੀਕ ਹੈ। ਇਹਦੇ ਉੱਤੇ ਸਕਰੂ ਲੱਗੇ ਹੁੰਦੇ ਆ ਜਿਨ੍ਹਾਂ ਵਿੱਚ ਅਸੀਂ ਰੈਜ਼ਿਸਟੈਂਸ ਜਿਹੜੀ ਆ ਫਿਕਸ ਕਰਦੇ ਹਾਂ। ਹੁਣ ਜਿਹੜਾ ਲੰਬਾ ਸਾਰਾ ਬੋਰਡ ਹੈ ਉਹਦੇ ਉੱਤੇ ਕੀ ਹੈ, ਇੱਕ ਵਾਇਰ ਸਟ੍ਰੈਚ ਕੀਤੀ ਹੁੰਦੀ ਹੈ, ਕਨਸਟੈਂਟਨ ਵਾਇਰ ਸਟ੍ਰੈਚ ਕੀਤੀ ਹੁੰਦੀ ਹੈ ਜਿਹਦੀ ਲੈਂਥ ਹੁੰਦੀ ਹੈ 1 ਮੀਟਰ। ਨਾਲ ਇਹਦੇ ਇੱਕ ਸਕੇਲ ਵੀ ਲੱਗਾ ਹੁੰਦਾ। ਸਕੇਲ ਕਾਹਦੇ ਲਈ ਲਗਾਏ? ਤਾਂ ਕਿ ਅਸੀਂ ਲੈਂਥ ਨੂੰ ਨੋਟ ਕਰ ਸਕੀਏ। ਜਿੱਦਾਂ 0 ਤੋਂ ਸੇ ਸ਼ੁਰੂ ਹੋ ਗਿਆ, 1 ਆ ਗਿਆ, ठीक है। इस तरह 2 आ गया, 3 आ गया, 4 आ गया, 5, 6 सो ऑन। इसी तरह 100 सेंटीमीटर। Because the length of this wire is 100 centimeter or 1 meter, that is why it is called meter bridge। ਹੁਣ ਇਸ ਸਟ੍ਰਿਪਸ ਦੇ ਇੱਥੇ ਕੀ ਹੈ, ਇੱਕ ਅਸੀਂ ਰੈਜ਼ਿਸਟੈਂਸ ਬਾਕਸ ਲਗਾਉਂਦੇ ਹਾਂ ਜਿਹਨੂੰ ਅਸੀਂ ਵੇਰੀਏਬਲ ਰੈਜ਼ਿਸਟੈਂਸ ਕਹਿ ਦਿੰਦੇ ਹਾਂ, ਆਰ ਵੇਰੀਏਬਲ ਰੈਜ਼ਿਸਟੈਂਸ। ਕੋਈ ਅਨਨੋਨ ਰੈਜ਼ਿਸਟੈਂਸ ਜਿਹਦੇ ਬਾਰੇ ਸਾਨੂੰ ਨਹੀਂ ਪਤਾ ਉਹਨੂੰ ਅਸੀਂ ਐਸ ਨੂੰ ਇੱਥੇ ਲਗਾ ਦਿੰਦੇ ਹਾਂ, ਠੀਕ ਹੈ। ਵਿਚਕਾਰ ਇੱਕ ਜਿਹੜਾ ਸਕਰੂ ਆ ਉਹਦੇ ਨਾਲ ਇੱਕ ਵਾਇਰ ਨੂੰ ਅਟੈਚ ਕਰਕੇ ਉਹਦੇ ਨਾਲ ਅਸੀਂ ਇੱਕ ਗਲਵੈਨੋਮੀਟਰ ਲਗਾਉਂਦੇ ਹਾਂ ਅਤੇ ਉਹਦੇ ਨਾਲ ਇੱਕ ਵਾਇਰ ਲਗਾ ਕੇ ਅੱਗੇ ਇੱਕ ਜੋਕੀ ਲਗਾਉਂਦੇ ਹਾਂ। ਜਿਸ ਤਰ੍ਹਾਂ ਪੈਨ ਆ, ਪੈਨ ਦੇ ਪਿਛਲੇ ਟਰਮੀਨਲ 'ਤੇ ਵਾਇਰ ਲੱਗੀ ਹੁੰਦੀ ਹੈ, ਇਸੇ ਤਰ੍ਹਾਂ ਸਲਾਈਡ ਕਰ ਸਕਦੇ ਉਹਨੂੰ, ਠੀਕ ਹੈ। ਕਿਉਂਕਿ ਜੋਕੀ ਨੂੰ ਇਸ ਵਾਇਰ ਦੇ ਉੱਤੇ ਸਲਾਈਡ ਕਰਦੇ ਹਾਂ, ਇਸ ਕਰਕੇ ਇਹਦਾ ਨਾਂ ਕੀ ਹੈ, ਸਲਾਈਡ ਵਾਇਰ ਬ੍ਰਿਜ ਵੀ ਹੈ, ਠੀਕ ਹੈ। ਇਹ ਹੈਗੀ ਹੈ ਜੋਕੀ, ਠੀਕ ਹੈ। ਹੁਣ ਇਹਨੂੰ ਸਪਲਾਈ ਦੇਣ ਲਈ ਅਸੀਂ ਇੱਕ ਬੈਟਰੀ ਤੇ ਇੱਕ ਕੀ ਜਿਹੜਾ ਅਸੀਂ ਇੱਥੇ ਕਨੈਕਟ ਕਰ ਦਈਦਾ, ਠੀਕ ਹੈ। ਇਹ ਸਰਕਟ ਹੈ। ਇਹ ਪ੍ਰੈਕਟੀਕਲ ਦੇ ਵਿੱਚ ਵੀ ਸੇਮ ਹੀ ਇਸੇ ਤਰ੍ਹਾਂ ਦਾ ਸਰਕਟ ਜਿਹੜਾ ਵਾ ਆਪਾਂ ਯੂਜ਼ ਕਰਨਾ, ਠੀਕ ਹੈ, ਕਲੀਅਰ। ਇਹ ਜਿਹੜੀ ਵਾਇਰ ਜਿਹੜੀ ਹੈ ਮੈਂ ਥੋੜੀ ਡਾਰਕ ਕਰ ਦਿੰਦਾ, ਇਹ ਤੁਹਾਨੂੰ ਕਲੀਅਰਲੀ ਨਜ਼ਰ ਆਏਗੀ। ਇਹ ਵਾਇਰ ਹੈਗੀ ਇੱਥੇ ਲੱਗੀ, ਇਸ ਵਾਇਰ ਦੀ ਲੈਂਥ ਜਿਹੜੀ ਹੈ ਕਿੰਨੀ ਹੈ, 1 ਮੀਟਰ। ਸੋ ਕੱਲ ਅਸੀਂ ਵੀਟਸਟੋਨ ਬ੍ਰਿਜ ਪੜ੍ਹਿਆ ਸੀ, ਤੇ ਮੀਟਰ ਬ੍ਰਿਜ ਕੀ ਹੈ? ਇਟ ਇਜ਼ ਏ practical form of Wheatstone bridge, ठीक है। अगर ਇਹਦਾ प्रिंसिपल कोई पूछे तो प्रिंसिपल की है? इट इज based on the principle of Wheatstone bridge। Wheatstone bridge की है P/Q is equals to R/S, where P and Q are non-resistances
R is a variable resistance, S is an unknown resistance। S ਜਿਹੜੀ ਕੀ ਹੈ ਇੱਕ अननोन रेजिस्टेंस है। ठीक है, ਹੁਣ ਇਹਦੀ वर्किंग ਦੀ ਆਪਾਂ ਗੱਲ ਕਰਾਂਗੇ। ਹੁਣ ਇਹਦੇ ਚ ਕੀ ਹੈ, ਦੋ ਸਟ੍ਰਿਪਸ ਨੇ, ਸੇ ਅਸੀਂ ਇਹਨਾਂ ਦਾ ਨਾ ਕੋਈ ਵੀ ਅਸੀਂ ਰੱਖ ਲਈਏ L1 L2 ਇਹਦਾ L3 ਰੱਖ ਲਓ। ठीक है, थोड़ा जिहा ਇਹਦੇ ਬਾਰੇ लिख लिए। It consists of a wooden plank on which 3 strips made of a good conductor are fixed। 3 strips ਕਿਹੜੀਆਂ ਵਾ, L1 L2 L1 L2 and L3। ठीक है, are fixed। It consists of a wooden plank on which 3 strips L1 L2 and L3 made of good conductor are fixed on the plank। okay, ਇਹ ਟਰਮੀਨਲਸ ਦਾ एंड्स ਦਾ ਨਾਂ AB ਰੱਖ ਲਓ। ਸਪੋਜ਼ ਕਰੋ कॉन्स्टेंटन वायर of length 1 meter is stretched between the ends A and B as shown in the diagram। A variable resistance, प्रैक्टिकली ਅਸੀਂ ਕੀ यूज़ करते हैं, resistance box is connected between L1 and L3 and an unknown resistance unknown resistance S is connected between L3 and L2। ये जो कि is connected at the center of strip L3 through a galvanometer। ਗਲਵੈਨੋਮੀਟਰ ਕੀ ਹੈ, ਇੱਕ ਇਹੋ ਜਿਹਾ ਇੰਸਟਰੂਮੈਂਟ ਹੈ ਜਿਹੜਾ ਕਰੰਟ ਦੇ ਫਲੋ ਨੂੰ ਡਿਟੈਕਟ ਕਰਦਾ, ਡਾਇਰੈਕਸ਼ਨ ਨੂੰ ਵੀ ਡਿਟੈਕਟ ਕਰਦਾ ਹੈ ਕਿ ਕਰੰਟ ਜਿਹੜਾ ਹੈ ਫਲੋ ਕਰ ਰਿਹਾ ਕਿ ਨਹੀਂ ਕਰ ਰਿਹਾ ਕਿਸੇ ਸਰਕਟ ਦੇ ਵਿੱਚ, ਉਹਦੇ ਲਈ ਗਲਵੈਨੋਮੀਟਰ ਯੂਜ਼ ਹੁੰਦਾ। ਠੀਕ ਹੈ, ਹੁਣ ਕੀ ਅਸੀਂ ਇਹਦੇ 'ਚ ਸਭ ਤੋਂ ਪਹਿਲਾਂ ਸਰਕਟ ਅਸੀਂ ਲਗਾ ਲੈਣਾ। ਇੱਦਾਂ ਸਰਕਟ ਲਗਾ ਕੇ ਜੋਕੀ ਨੂੰ ਪਹਿਲਾਂ A ਟਰਮੀਨਲ 'ਤੇ ਟੱਚ ਕਰਨਾ, ਤੇ ਗਲਵੈਨੋਮੀਟਰ ਦੀ ਅਗਰ ਜਦੋਂ ਜ਼ੀਰੋ ਡਿਫਲੈਕਸ਼ਨ ਸੈਂਟਰ 'ਚ ਹੁੰਦੀ, ਜਦੋਂ A 'ਤੇ ਟੱਚ ਕਰਾਂਗੇ ਲੈਫਟ 'ਤੇ ਚੱਲ ਜਾਏਗਾ ਪੁਆਇੰਟਰ ਜਾਂ ਰਾਈਟ 'ਚ ਚੱਲ ਜਾਏਗਾ। ਠੀਕ ਹੈ, ਕਿਸੇ ਵੀ ਡਾਇਰੈਕਸ਼ਨ ਜਾ ਸਕਦਾ। B ਨੂੰ ਟੱਚ ਕਰਾਂਗੇ, ਜਿੱਧਰ A ਨੂੰ ਗਿਆ ਸੀ, ਜਦੋਂ A ਨੂੰ ਟੱਚ ਕੀਤਾ ਸੀ ਲੈਫਟ ਵੱਲ ਗਿਆ ਵਾ, ਤੇ B ਨੂੰ ਟੱਚ ਕਰਨ 'ਤੇ ਰਾਈਟ ਵੱਲ ਜਾਣਾ ਚਾਹੀਦਾ। ਡਿਫਲੈਕਸ਼ਨ ਅਗਰ ਆਪੋਜ਼ਿਟ ਹੋਏ ਇਟ ਮੀਨਸ ਕਨੈਕਸ਼ਨਸ ਆਰ ਓਕੇ, ਕਨੈਕਸ਼ਨ ਜਿਹੜੇ ਆ ਸਾਰੇ ਕਨੈਕਸ਼ਨਸ ਰਾਈਟ ਹੈ। ਅਦਰਵਾਈਜ਼ ਕੀ ਹੈ,
सानू दोबारा उन्हों कनैक्ट करना पैना। ठीक है, कोई ना कोई कनैक्शन लूज है, दोबारा सर्किट चैक करना पेगा। ठीक है, इन्हू चैक करने का तरीका की पहला जो कि इन्हू ए टर्मिनल ते टच करो, फिर बी ते टच करो। द डिफ्लैक्शन इन द टू केसेस मस्ट बी ऑपोजिट। ठीक है, नाउ क्लोज द की K of external circuit, the current begins to flow in the circuit. Slide the jockey on the wire to get null deflection। null deflection मतलब zero deflection। ਅਸੀਂ ਜੋਕੀ ਨੂੰ A ਤੋਂ B ਵੱਲ ਨੂੰ ਇਸ ਤਰ੍ਹਾਂ ਸਲਾਈਡ ਕਰਨਾ, ਜਿਸ ਤਰ੍ਹਾਂ ਮੈਂ ਪੈਨ ਸਲਾਈਡ ਕਰ ਰਿਹਾ। ਇਹ ਵਾਇਰ ਹੈ ਤੇ ਤੁਹਾਨੂੰ ਦਿਖਾਉਣ ਲਈ ਮੋਬਾਈਲ ਵਿੱਚ ਮੈਂ ਪਤਾ ਨਹੀਂ ਕਲੀਅਰ ਨਜ਼ਰ ਆ ਰਿਹਾ ਕਿ ਨਹੀਂ, ਡਾਰਕ ਕੀਤੀ ਨਹੀਂ ਤੇ ਇੰਨੀ ਡਾਰਕ ਨਹੀਂ ਬਣਾਉਣੀ, ਸਿੰਗਲ ਲਾਈਨ ਹੀ ਬਣਾਉਣੀ। ਅੱਛਾ, ਇਹ ਤੇ ਜੋ ਸਲਾਈਡ ਕਰਨਾ ਤੁਸੀਂ ਤੇ ਇੱਕ ਪੁਆਇੰਟ ਦੇ ਆਗੇ ਗਲਵੈਨੋਮੀਟਰ ਦੀ ਰੀਡਿੰਗ 0 ਹੋ ਜਾਣੀ ਆ, ਉੱਥੇ ਅਸੀਂ ਲੈਂਥ ਨੋਟ ਕਰ ਲੈਣੀ ਹੈ। ਠੀਕ ਹੈ, let L1 is the length at which null deflection is obtained। ठीक है, L1 लेंथ के उत्ते null deflection आ गई। ठीक है, therefore P resistance कितने इक्वल आ गई, से L1 X लिख लो, तो Q कितने इक्वल आ गई, टोटल लेंथ सी 100 सेंटीमीटर विच L1 माइनस हो गया। ठीक है, X की चीज़ है, वेयर X इज द रेजिस्टेंस पर यूनिट लेंथ ऑफ द वायर। ठीक है, पूरी वायर की जी लेंथ है ਉਹਦੀ ਰੈਜ਼ਿਸਟੈਂਸ ਸਾਨੂੰ ਪਤਾ ਚੱਲ ਗਈ 100 ਸੈਂਟੀਮੀਟਰ ਦੀ ਰੈਜ਼ਿਸਟੈਂਸ ਹੈ ਕੋਈ, ਤੇ 1 ਸੈਂਟੀਮੀਟਰ ਦੀ ਕਿੰਨੀ ਆਏਗੀ, ਉਹ ਅਸੀਂ ਲੈ ਲਈ x ਯੂਨਿਟ ਦੀ ਲੈ ਲਈ ਅਸੀਂ। ਠੀਕ ਹੈ, ਉਹਦੇ ਨਾਲ ਮਲਟੀਪਲਾਈ ਕਰਾਂਗੇ ਤੇ ਰੈਜ਼ਿਸਟੈਂਸ ਆ ਜਾਊਗੀ। ਜਿਸ ਤਰ੍ਹਾਂ ਕਹੀਏ ਕਿ ਇਹਦੀ ਰੈਜ਼ਿਸਟੈਂਸ 2 ਓਮ ਹੈ 1 ਸੈਂਟੀਮੀਟਰ ਦੀ। ਠੀਕ ਹੈ, ਤੇ ਸਾਡੇ ਕੋਲ 4 ਸੈਂਟੀਮੀਟਰ ਜਾਂ 10 ਸੈਂਟੀਮੀਟਰ ਦੇ ਉੱਤੇ ਨਾਲ ਡਿਫਲੈਕਸ਼ਨ ਆਈ, ਤੇ 10 4 ਜਾਂ 40 ਓਮ ਜਿਹੜੀ ਹੈ ਰੈਜ਼ਿਸਟੈਂਸ ਆ ਗਈ। ठीक है, तो बाकी कितनी रह गई, 100 चो गए 10 गए 90 आ गया, 90 इंटू 4 360 ओम की रेजिस्टेंस आ गई। ठीक है, सिंस P ओवर Q के इक्वल है R बाय S दे। ठीक है, R की वैल्यू असीं एडजस्ट कर लैनी है, कोई भी वैल्यू सैट कर सकते हैं जो असीं इहनूं यूज़ करना, एडजस्ट कर आर की वैल्यू ही एडजस्ट करनी है। ठीक है, फिर जो परफॉर्म हो जाना एक्सपेरीमेंट, L1 X ओवर 100 माइनस L1 इंटू एक्स इक्वल टू R बाय S। एक्स ना एक्स कैंसल, S कितना आ गया 100 माइनस L1 ओवर L1 इंटू R। ठीक है, वन बाय पुटिंग the values of L1 and R S can be calculated।